न्यूज़ 18 ਤੇ ਰੀਨਾ ਰॉय ने खोले दीप सिद्धू ਦੀ मौत ਦੇ ਰਾਜ਼। ਕਿਹਾ ਐਕਸੀਡੈਂਟ ਦੇ ਵਿੱਚ ਹੋਈ ਮੌਤ ਮੈਂ ਦੀਪ ਸਿੱਧੂ ਨੂੰ ਨਹੀਂ ਮੰਨਦੀ ਸ਼ਹੀਦ, ਮੈਨੂੰ ਬਲੇਮ ਕਰਨ ਵਾਲੇ ਮੇਰੇ ਨਾਲ ਆ ਕੇ ਕਰਨ ਬਹਿਸ। ਦੀਪ ਸਿੱਧੂ ਤੇ ਅੰਮ੍ਰਿਤਪਾਲ ਦੇ ਸੰਬੰਧਾਂ ਤੇ ਵੀ ਖੁੱਲ ਕੇ ਬੋਲੀ ਰੀਨਾ ਰॉय। ਕਿਹਾ ਦੀਪ ਸਿੱਧੂ ਨੇ ਅੰਮ੍ਰਿਤਪਾਲ ਨੂੰ ਕੀਤਾ ਸੀ ਬਲੌਕ, ਅੰਮ੍ਰਿਤਪਾਲ ਤੋਂ ਵੱਖ ਸੀ ਦੀਪ ਦੀ ਸੋਚ, ਉਹ ਸੰਵਿਧਾਨ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਚਾਹੁੰਦਾ ਸੀ ਪੰਜਾਬ ਦੀ ਬਿਹਤਰੀ। ਅੰਮ੍ਰਿਤਪਾਲ ਨੇ ਏਜੰਸੀਆਂ ਤੋਂ ਦੱਸਿਆ ਆਪਣੀ ਜਾਨ ਨੂੰ ਖਤਰਾ। ਕਿਹਾ ਹਮਲੇ ਦੇ ਇਨਪੁਟ ਦੇਣ ਵਾਲੀਆਂ ਏਜੰਸੀਆਂ ਤੋਂ ਹੀ ਮੈਨੂੰ ਡਰ, ਤੋਂ ਹੀ ਮੈਨੂੰ ਖਤਰਾ, ਆਈ ਹੋਈ ਮੌਤ ਨੂੰ ਰੋਕਿਆ ਨਹੀਂ ਜਾ ਸਕਦਾ। ਅੰਮ੍ਰਿਤਪਾਲ ਨੂੰ ਲੈ ਕੇ ਵਿਰੋਧੀਆਂ ਨੇ ਇੱਕੋ ਸੁਰ ਦੇ ਵਿੱਚ ਕਾਰਵਾਈ ਦੀ ਕੀਤੀ ਮੰਗ। ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਨੇ ਪੁੱਛਿਆ ਪੁਲਿਸ ਤੇ ਹਮਲਾ ਕਰਨ ਤੇ ਕਿਉਂ ਦਰਜ ਨਹੀਂ ਹੋਈ ਐਫਆਈਆਰ। ਵਿਰੋਧੀਆਂ ਦੀ ਮੰਗ ਦੇ ਵਿਚਾਲੇ ਪੰਜਾਬ ਸਰਕਾਰ ਦਾ ਦਾਅਵਾ। ਕਿਹਾ ਸ਼ਾਂਤੀ ਭੰਗ ਕਰਨ ਵਾਲਿਆਂ ਦੇ ਉੱਤੇ ਕਰਾਂਗੇ ਸਖਤ ਕਾਰਵਾਈ, ਵੱਖਵਾਦੀ ਵਿਚਾਰਧਾਰਾ ਨੂੰ ਨਹੀਂ ਅਪਣਾਉਂਦਾ ਪੰਜਾਬ। ਪ੍ਰਿੰਸੀਪਲਾਂ ਦੇ ਸਿੰਗਾਪੁਰ ਟੂਰ ਦੇ ਉੱਤੇ ਹਾਲੇ ਵੀ ਤਲਖੀ ਬਰਕਰਾਰ। ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਨੇ ਪੁੱਛਿਆ ਤੁਸੀਂ ਕਹਿ ਰਹੇ ਸੀ ਮੇਰੀ ਸਰਕਾਰ ਕਿ ਤੁਹਾਨੂੰ ਦਿੱਤੀ ਗਈ ਹੈ ਜਾਣਕਾਰੀ, ਤਾਂ ਰਾਜਪਾਲ ਬੋਲੇ ਇਸ ਸਦਨ ਤੋਂ ਬਾਹਰ ਦਾ ਮਾਮਲਾ, ਉਮੀਦ ਕਰਦਾ ਮਿਲੇਗਾ ਜਵਾਬ। ਸੀਐਮ ਮਾਨ ਨੇ 30 ਪ੍ਰਿੰਸੀਪਲਸ ਦੇ ਦੂਜੇ ਬੈਚ ਨੂੰ ਵੀ ਸਿੰਗਾਪੁਰ ਦੇ ਲਈ ਕੀਤਾ ਰਵਾਨਾ। ਟੀਚਰਾਂ ਨੂੰ ਚੁਣਨ ਦੀ ਪ੍ਰਕਿਰਿਆ ਵੀ ਦੱਸੀ। ਬੋਲੇ 5 ਮੈਂਬਰੀ ਕਮੇਟੀ ਬਿਨਾਂ ਰਿਸ਼ਵਤ ਤੇ ਸਿਫਾਰਿਸ਼ ਤੋਂ ਕਰਦੀ ਹੈ ਚੋਣ, ਐਗਰੀਮੈਂਟ ਤੱਕ ਕੀਤੇ ਜਾਂਦੇ ਨੇ ਸਾਈਨ। ਭਾਸ਼ਣ ਦੇ ਅਖੀਰ ਦੇ ਵਿੱਚ ਗਵਰਨਰ ਨੇ ਸਰਕਾਰ ਨੂੰ ਦਿੱਤੀ ਨਸੀਹਤ। ਬੋਲੇ ਸੀਨੀਅਰ ਹੋਣ ਦੇ ਨਾਤੇ ਤੁਹਾਨੂੰ ਸਲਾਹ ਦੇਣ ਦਾ ਪੂਰਾ ਹੱਕ। ਤਾਂ ਕੈਬਨਿਟ ਮੰਤਰੀ ਜਿੰਪਾ ਬੋਲੇ ਸੰਵਿਧਾਨ ਮੁਖੀ ਹੋਣ ਤੇ ਨਹੀਂ ਸ਼ੱਕ, ਪਰ ਕਈ ਵਾਰੀ ਗਵਰਨਰ ਨੂੰ ਕੇਂਦਰ ਕਰਦਾ ਹੈ ਕੰਟਰੋਲ। ਐਸਜੀਪੀਸੀ ਦੇ ਜਨਰਲ ਹਾਊਸ ਦੇ ਵਿੱਚ ਉੱਠਿਆ ਹਰਿਆਣਾ ਕਮੇਟੀ ਦਾ ਮੁੱਦਾ। ਐਸਜੀਪੀਸੀ ਨੇ ਕੇਂਦਰ ਤੇ ਲਗਾਏ ਧਾਰਮਿਕ ਮੁੱਦਿਆਂ ਦੇ ਵਿੱਚ ਦਖਲ ਦੇਣ ਦੇ ਇਲਜ਼ਾਮ। ਸਿੱਖ ਮਸਲਿਆਂ ਤੇ 6 ਮੈਂਬਰੀ ਸਬ ਕਮੇਟੀ ਦਾ ਕੀਤਾ ਗਠਨ। ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਰਾਹੁਲ ਦੇ ਬਿਆਨ ਤੇ ਭੜਕੀ ਬੀਜੇਪੀ। ਅਨੁਰਾਗ ਠਾਕੁਰ ਬੋਲੇ ਭਾਰਤ ਨੂੰ ਬਦਨਾਮ ਕਰਨਾ ਉਹਨਾਂ ਦੀ ਆਦਤ। ਰਾਹੁਲ ਨੇ ਪ੍ਰਧਾਨ ਮੰਤਰੀ ਤੇ ਭਾਰਤ ਨੂੰ ਤੋੜਨ ਦਾ ਲਗਾਇਆ ਸੀ ਇਲਜ਼ਾਮ। ਫਰੀਦਾਬਾਦ ਦੇ ਵਿੱਚ ਤੇਜ਼ ਰਫ਼ਤਾਰ ਨੇ 6 ਘਰਾਂ ਦੇ ਬਜਾਏ ਚਿਰਾਗ। ਬੇਕਾਬੂ ਕਾਰ ਡਿਵਾਈਡਰ ਪਾਰ ਕਰਕੇ ਡੰਪਰ ਨਾਲ ਟਕਰਾਈ। 6 ਦੋਸਤਾਂ ਦੀ ਮੌਕੇ ਤੇ ਹੀ ਹੋਈ ਮੌਤ। ਜਨਮ ਦਿਨ ਮਨਾ ਕੇ ਵਾਪਸ ਪਰਤ ਰਹੇ ਸਨ ਨੌਜਵਾਨ। ਨਗਾੜਿਆਂ ਤੇ ਚੋਟ ਨਾਲ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦਾ ਆਗਾਜ਼। ਕੀਰਤਪੁਰ ਸਾਹਿਬ ਤੋਂ ਸ਼ੁਰੂ ਹੋਇਆ ਪਹਿਲਾ ਪੜਾਅ। ਹਰ ਸਾਲ ਦੀ ਤਰ੍ਹਾਂ ਵੱਡੀ ਗਿਣਤੀ 'ਚ ਪਹੁੰਚ ਰਹੀ ਹੈ ਸੰਗਤ। सत श्री अकाल, स्वागत है। गौरव शुक्ला मैं हाँ तुहाडे नाल हाज़र हाँ। फर्क तां पैंदा है लैके जदों जिस शख्स के उत्ते इल्जाम कई तरह लगा रही होण कि इह एजेंसियां दा बंदा है ते उही शख्स एजेंसियां तो खतरा खुद दी जान नूं दस रहा होवे, फिर फर्क तां पैंदा है। जी हाँ, शुरुआत अज असीं अंम੍ਰਿਤਪਾਲ तो करन जा रहे हैं। ਅੰਮ੍ਰਿਤਪਾਲ सिंह ने दावा किया है कि जेकर उन्हां दी जान नूं कोई खतरा है तां ओह खतरा है एजेंसियां। दरअसल कुछ दिन पहला दी मीडिया रिपोर्ट्स के मुताबिक केंद्रीय एजेंसियां ने ਅੰਮ੍ਰਿਤਪਾਲ ਦੇ ਉੱਤੇ जानलेवा हमले का खदशा जताया सी। इस दे उत्ते जदों ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਪਹੁੰਚੇ ਤਾਂ ਅੰਮ੍ਰਿਤਪਾਲ ਨੇ ਕੁਝ ਇਸ ਤਰ੍ਹਾਂ ਦਾ ਜਵਾਬ ਦਿੱਤਾ। ਜਿਸਦਾ ਸਾਹਿਬ ਡਾਡਾ ਹੋਵੇ ਤੇ ਸੋ ਮਾਰ ਨਾ ਸਕੇ ਕੋਈ, ਜਿਹਦਾ ਸਾਹਿਬ ਡਾਡਾ ਹੈ ਜਿੰਨਾ ਚਿਰ ਸਤਿਗੁਰ ਨੇ ਸਵਾਸ ਲਿਖੇ ਉਹਨੇ ਪੂਰੇ ਕਰਨੇ ਆ। ਸੋ ਮੈਨੂੰ ਲੱਗਦਾ ਇਹਨਾਂ ਗੱਲਾਂ ਦੀ ਫਿਕਰ ਸਦੋਂ ਸਤਿਗੁਰ ਨੂੰ ਹੈਗੀ ਹੈ। ਜਾਨ ਨੂੰ ਖਤਰਾ ਜਿਹੜੀ ਏਜੰਸੀਆਂ ਕਹਿੰਦੀਆਂ ਉਹਨਾਂ ਦਾ ਹੀ ਖਤਰਾ ਹੋ ਸਕਦਾ, ਸਾਨੂੰ ਹੋਰ ਕਿਸੇ ਨੇ ਸਾਨੂੰ ਕੀ ਕਰਨਾ। ਅੰਮ੍ਰਿਤਪਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਦੇ ਬਾਰੇ ਦੇ ਵਿੱਚ ਕਿਹਾ ਕਿ ਜੇਕਰ ਸਿੱਖਾਂ ਦੀ ਸਭ ਤੋਂ ਵੱਡੀ ਅਦਾਲਤ ਕਿਤੇ ਵੀ ਸੱਦੇਗੀ ਤਾਂ ਉਹ ਜ਼ਰੂਰ ਜਾਣਗੇ। ਅਕਾਲ ਤਖਤ ਸਾਹਿਬ ਕਿਤੇ ਵੀ ਬੁਲਾਉਣਗੇ ਆਪਾਂ ਜਾਵਾਂਗੇ। ਆਪਾਂ ਅਕਾਲ ਤਖਤ ਸਾਹਿਬ ਤੋਂ ਭਗੌੜੇ ਨਹੀਂ। ਹਾਂ, ਇਹ ਜ਼ਰੂਰ ਹੈ ਵੀ ਅਸੀਂ ਸਿਧਾਂਤਕ ਤੌਰ ਤੇ ਜੇ ਸਾਨੂੰ ਕੋਈ ਗਲਤ ਸਾਬਤ ਕਰ ਦੇਵੇ ਤੇ ਅਸੀਂ ਨੀਵੇਂ ਹੋਣ ਨੂੰ ਤਿਆਰ ਹਾਂ, ਪਰ ਉਹ ਸਾਨੂੰ ਸਤਿਗੁਰੂ ਤੇ ਭਰੋਸਾ ਹੈ। ਗੁਰੂ ਸਾਹਿਬ ਪੱਖ ਉਹੀ ਰਹੇਗਾ ਕਿ ਤੁਸੀਂ ਜੋ ਪੱਖ ਜੋ ਦੇਖੋ ਮਰਿਆਦਾ ਦੇ ਤਹਿਤ ਜੋ ਕੁਝ ਹੈ ਉਹ ਪਿੱਛੇ ਸਾਡੇ ਕੋਲ ਇਤਿਹਾਸਕ ਹਵਾਲੇ ਨੇ। ਸੰਤ ਕਰਤਾਰ ਸਿੰਘ ਤੋਂ ਲੈ ਕੇ ਵਰਲਡ ਵਾਰਾਂ ਦੇ ਵਿੱਚ ਜੋ ਕੁਝ ਹੋਇਆ ਸਾਰੇ ਸਾਡੇ ਕੋਲ ਹਵਾਲੇ ਨੇ। ਸੋ ਇਸ ਕਰਕੇ ਅਸੀਂ ਆਪਣਾ ਪੱਖ ਰੱਖਾਂਗੇ, ਉਹ ਆਪਣਾ ਰੱਖਣਗੇ। ਦੱਸ ਦਈਏ ਕਿ ਅਜਨਾਲਾ ਦੇ ਵਿੱਚ ਪ੍ਰਦਰਸ਼ਨ ਦੇ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣ ਦੇ ਮਾਮਲੇ 'ਚ ਅਕਾਲ ਤਖਤ ਸਾਹਿਬ ਨੇ 16 ਮੈਂਬਰੀ ਕਮੇਟੀ ਬਣਾਈ ਹੈ ਜੋ ਆਪਣੀ ਰਿਪੋਰਟ ਪੰਜ ਪਿਆਰਿਆਂ ਦੇ ਅੱਗੇ ਪੇਸ਼ ਕਰੇਗੀ। ਪੰਜ ਪਿਆਰੇ ਰਿਪੋਰਟ ਦੇ ਆਧਾਰ ਦੇ ਉੱਤੇ ਅੱਗੇ ਕਾਰਵਾਈ ਕਰਨਗੇ।
ਜੋ ਅਜਨਾਲਾ ਦੇ ਵਿੱਚ ਪ੍ਰਦਰਸ਼ਨ ਹੋਇਆ ਸੀ, ਇਸ ਨੂੰ ਲੈ ਕੇ ਵਿਰੋਧੀਆਂ ਨੇ ਖੂਬ ਘੇਰਿਆ ਅੰਮ੍ਰਿਤਪਾਲ ਸਿੰਘ ਨੂੰ ਤੇ ਕਿਹਾ ਕਿ ਗੁਰੂ ਸਾਹਿਬ ਦੀ ਆੜ ਦੇ ਵਿੱਚ ਉੱਥੇ ਪ੍ਰਦਰਸ਼ਨ ਕੀਤਾ ਗਿਆ। ਖੈਰ ਹੁਣ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾਈ ਗਈ ਆ, ਉਹ ਕੀ ਕੁਝ ਫੈਸਲਾ ਲੈਂਦੀ ਆ, ਉਸ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਜ਼ਰੂਰ ਹੋਣਗੀਆਂ। ਅੱਗੇ ਵਧਦੇ ਹਾਂ, ਜ਼ਿਕਰ ਹੋਇਆ ਅੰਮ੍ਰਿਤਪਾਲ ਦਾ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ, ਤਾਂ ਉਹਨਾਂ ਤੋਂ ਪਹਿਲਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਦੀਪ ਸਿੱਧੂ ਸੀ ਤੇ ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰਾਏ ਦੇ ਨਾਲ ਨਿਊਜ਼ 18 ਨੇ ਜਦੋਂ ਗੱਲਬਾਤ ਕੀਤੀ ਤਾਂ ਕਈ ਅਹਿਮ ਤੱਥ ਉਹਨਾਂ ਦੇ ਵੱਲੋਂ ਦੱਸੇ ਗਏ। ਰੀਨਾ ਰਾਏ ਨੇ ਦੀਪ ਸਿੱਧੂ ਦੀ ਮੌਤ ਦੇ ਉੱਤੇ ਰਾਜ਼ ਖੋਲੇ ਨੇ ਤੇ ਕਿਹਾ ਕਿ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਸੀ। ਰੀਨਾ ਰਾਏ ਨੇ ਦੀਪ ਸਿੱਧੂ ਨੂੰ ਸ਼ਹੀਦ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਮੈਂ ਦੀਪ ਨੂੰ ਸ਼ਹੀਦ ਨਹੀਂ ਮੰਨਦੀ। ਦੀਪ ਨਾਲ ਸਤੰਬਰ ਦੇ ਵਿੱਚ ਮੇਰਾ ਵਿਆਹ ਹੋਣਾ ਸੀ, ਯਾਨੀ ਸਤੰਬਰ 2022 ਦੇ ਵਿੱਚ। ਦੀਪ ਸਿੱਧੂ ਨੂੰ ਯਾਦ ਕਰਕੇ ਭਾਵੁਕ ਵੀ ਰੀਨਾ ਰਾਏ ਹੋ ਗਏ। ਦੀਪ ਪੰਜਾਬ ਦੀ ਬਿਹਤਰੀ ਦੇ ਲਈ ਕੰਮ ਕਰਨਾ ਚਾਹੁੰਦਾ ਸੀ ਤੇ ਦੀਪ ਦੀ ਸੋਚ ਅੰਮ੍ਰਿਤਪਾਲ ਤੋਂ ਵੱਖ ਸੀ, ਇਹ ਵੀ ਰੀਨਾ ਰਾਏ ਦੇ ਵੱਲੋਂ ਕਿਹਾ ਗਿਆ। ਦੀਪ ਸਿੱਧੂ ਨੇ ਅੰਮ੍ਰਿਤਪਾਲ ਨੂੰ ਬਲੌਕ ਕੀਤਾ ਸੀ। ਦੀਪ ਸਿੱਧੂ ਏਜੰਸੀਆਂ ਦਾ ਬੰਦਾ ਨਹੀਂ ਸੀ, ਇਹ ਵੀ ਰੀਨਾ ਰਾਏ ਦੇ ਵੱਲੋਂ ਇਸ ਗੱਲਬਾਤ ਦੇ ਦੌਰਾਨ ਕਿਹਾ ਗਿਆ ਕਿ ਦੀਪ ਕਿਸੇ ਤੋਂ ਪੈਸਾ ਨਹੀਂ ਲੈਂਦਾ ਸੀ। ਅੰਮ੍ਰਿਤਪਾਲ ਦੇ ਨਾਲੋਂ ਕਲਸੀ ਦੀਪ ਸਿੱਧੂ ਦੇ ਨੇੜੇ ਸੀ। ਦੀਪ ਸਿੱਧੂ ਸੰਵਿਧਾਨ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਚਾਹੁੰਦਾ ਸੀ ਪੰਜਾਬ ਦੀ ਬਿਹਤਰੀ ਕਰਨਾ। ਖੈਰ ਇਸ ਪੂਰੀ ਗੱਲਬਾਤ ਦੇ ਵਿੱਚ ਬਹੁਤ ਸਾਰੇ ਅਹਿਮ ਪੁਆਇੰਟ ਨੇ, ਤੱਥ ਨੇ, ਜਿਨ੍ਹਾਂ ਦੇ ਉੱਤੇ ਰੀਨਾ ਰਾਏ ਖੁੱਲ ਕੇ ਗੱਲਬਾਤ ਕਰਦੇ ਨਜ਼ਰ ਆਏ ਨੇ। ਐਕਸੀਡੈਂਟ ਕਿਵੇਂ ਹੋਇਆ, ਉਸ ਸਮੇਂ ਉਹਨਾਂ ਦੇ ਕੋਈ ਝਰੀਟ ਕਿਉਂ ਨਹੀਂ ਲੱਗੀ, ਤਾਂ ਉਸ ਦੇ ਉੱਤੇ ਵੀ ਉਹਨਾਂ ਨੇ ਖੁੱਲ ਕੇ ਗੱਲਬਾਤ ਕੀਤੀ ਕਿ ਆਖਿਰ ਉਸ ਸਮੇਂ ਹੋਇਆ ਕੀ ਸੀ, ਆਖਰੀ ਸ਼ਬਦ ਕੀ ਸੀ ਜਦੋਂ ਦੀਪ ਸਿੱਧੂ ਬੋਲ ਰਿਹਾ ਸੀ ਜਦੋਂ ਐਕਸੀਡੈਂਟ ਹੋਇਆ। ਖੈਰ ਇਸ ਸਭ ਦੇ ਵਿਚਾਲੇ ਅੰਮ੍ਰਿਤਪਾਲ ਤੇ ਦੀਪ ਸਿੱਧੂ ਦੇ ਸੰਬੰਧਾਂ ਉੱਤੇ ਵੀ ਉਹਨਾਂ ਨੇ ਖੁੱਲ ਕੇ ਗੱਲ ਕੀਤੀ ਤੇ ਕਿਹਾ ਕਿ ਦੀਪ ਸਿੱਧੂ ਨੇ ਤਾਂ ਅੰਮ੍ਰਿਤਪਾਲ ਨੂੰ ਬਲੌਕ ਕੀਤਾ ਹੋਇਆ ਸੀ ਔਰ ਦੀਪ ਸਿੱਧੂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸੰਵਿਧਾਨ ਦੇ ਮੁਤਾਬਿਕ ਜੋ ਬਦਲਾਅ ਲਿਆਉਣ ਦਾ ਜ਼ਿਕਰ ਕਰਦਾ ਸੀ, ਉਹ ਕਾਨੂੰਨ ਤੇ ਸੰਵਿਧਾਨ ਦੇ ਮੁਤਾਬਿਕ ਹੀ ਰਹਿ ਕੇ ਉਸ ਦਾਇਰੇ ਦੇ ਵਿੱਚ ਬਦਲਾਅ ਦਾ ਜ਼ਿਕਰ ਦੀਪ ਸਿੱਧੂ ਦੇ ਵੱਲੋਂ ਕੀਤਾ ਜਾਂਦਾ ਸੀ। ਤੇ ਰੀਨਾ ਰਾਏ ਨੇ ਵੀ ਕਿਹਾ ਕਿ ਅੰਮ੍ਰਿਤਪਾਲ ਤੋਂ ਬਿਲਕੁਲ ਵੱਖਰੀ ਲਾਈਨ ਦੇ ਉੱਤੇ ਦੀਪ ਸਿੱਧੂ ਜ਼ਰੂਰ ਚੱਲਦਾ। ਤਰੀਕ ਨੂੰ ਸੋਚਿਆ ਕਿ ਓਕੇ ਠੀਕ ਹੈ ਅਸੀਂ ਪੰਜਾਬ ਨੂੰ ਜਾਂਦੇ ਹਾਂ। ਪਹਿਲਾਂ ਸਾਡਾ ਮਨ ਨਹੀਂ ਸੀ ਕਿ ਪੰਜਾਬ ਜਾਂ ਬੰਬੇ ਇੱਧਰ ਉੱਧਰ। ਮੈਂ ਆਲਰੇਡੀ ਐਕਸਪਲੇਨ ਇਹ ਕੀਤਾ ਵਾ ਸਾਰਿਆਂ ਨੂੰ। ਸੋ ਐਜ਼ ਵੀ ਆਰ ਗੋਇੰਗ ਮੈਨੂੰ ਵੀ ਨੀਂਦ ਆ ਗਈ ਸੀ। ਮੈਂ ਦੀਪ ਨੂੰ ਇਹ ਕਿਹਾ ਸੀ ਕਿ ਜਾਨ ਮੈਨੂੰ ਨੀਂਦ ਆਉਂਦੀ ਹੈ ਕਿ ਤੂੰ ਧਿਆਨ ਨਾਲ ਹੁਣ ਡਰਾਈਵ ਕਰ। ਕਹਿੰਦਾ ਠੀਕ ਆ। ਮੈਂ ਸੀਟ ਪਿੱਛੇ ਕਰਤੀ, ਨਾਲੇ ਮੈਂ ਮੇਰੇ ਸ਼ੂ ਵੀ ਲਾਤੇ ਤੇ ਮੇਰੇ ਪੈਰ ਦੀਪ ਦੇ ਪੱਟਾਂ ਦੇ ਵਿੱਚ ਸੀ ਕਿ ਹਮੇਸ਼ਾ ਅਸੀਂ ਇੱਦਾਂ ਹੀ ਟਰੈਵਲ ਕਰਦੇ ਹੁੰਦੇ ਹਾਂ। ਐਂਡ 7 ਆਵਰਸ ਤੁਸੀਂ ਅੱਗੇ ਬੈਠੇ ਸੀ ਨਾਲ ਦੀ ਸੀਟ? ਹਾਂਜੀ ਬਿਲਕੁਲ ਨਾਲੇ ਬੈਠੀ ਸੀ। ਉਸ ਟਾਈਮ ਦੀਪ ਆਪਸ ਵਿੱਚ ਗੱਲ ਹੋਈ ਸੀ। ਕਹਿੰਦਾ ਸੀ ਆਈ ਲਵ ਯੂ, ਕਿਹੜੀਆਂ ਚੀਜ਼ਾਂ ਮੈਂ ਸੁਣਨੀਆਂ ਮੰਗਦੀ ਸੀ ਉਹ ਵੀ ਸੁਣ ਲਿਆ। ਐਂਡ 7:40 ਜਦੋਂ ਐਕਸੀਡੈਂਟ ਹੋਇਆ ਮੈਂ ਸੀਟ ਨਹੀਂ ਲਾਈ ਸੀ, ਦੀਪ ਨੇ ਸੀਟ ਲਾਈ ਸੀ, ਮੈਂ ਨਹੀਂ ਸੀ ਲਾਈ। ਉਸ ਟਾਈਮ ਮੇਰੀ ਬਾਡੀ ਕਿਦੋਂ ਇੰਨਾ ਜ਼ੋਰ ਦੇ ਨਾਲ ਇੰਪੈਕਟ ਹੋਇਆ, ਮੈਂ ਸਲਿਪ ਹੋ ਕੇ ਥੱਲੇ ਕਿਤੇ ਪੈਰ ਨਹੀਂ ਰੱਖੇ ਤੇ ਉੱਥੇ ਮੈਂ ਫਸ ਗਈ ਸੀ। ਮੈਂ ਉਸ ਟਾਈਮ ਮੈਨੂੰ ਨਹੀਂ ਪਤਾ ਸੀ ਕਿ ਹੋਇਆ ਕੀ। ਐਂਡ ਕਦੋਂ ਮੈਂ ਉੱਠੀ ਮੈਂ ਦੀਪ ਨੂੰ ਦੇਖਿਆ, ਦੀਪ ਨੇ ਕਿਹਾ ਓ ਸ਼ਿਟ, ਇਹੀ ਉਹਦੀ ਆਖਰੀ ਵਰਡ ਸੀ। ਮੈਂ ਕਿਹਾ ਨਹੀਂ ਦੀਪ, ਮੈਂ ਕਿਹਾ ਨਹੀਂ ਯੂ ਆਰ ਫਾਈਨ, ਤੂੰ ਠੀਕ ਹੈ, ਤੂੰ ਉੱਠ। ਖੂਨ ਨਹੀਂ ਨਿਕਲ ਰਿਹਾ ਸੀ ਉਦੋਂ ਜਦੋਂ ਉਸ ਟਾਈਮ ਤਾਂ ਜ਼ਿਕਰ ਕਰਦੇ ਹੋਏ ਨਜ਼ਰ ਆਏ ਨੇ ਕਿ ਕੀ ਕੁਝ ਉੱਥੇ ਹੋਇਆ ਸੀ ਜਦੋਂ ਐਕਸੀਡੈਂਟ ਹੁੰਦਾ ਹੈ 15 ਫਰਵਰੀ ਨੂੰ 2022 ਦੇ ਵਿੱਚ ਦੀਪ ਸਿੱਧੂ, ਜਿਸ ਐਕਸੀਡੈਂਟ ਦੇ ਵਿੱਚ ਦੀਪ ਸਿੱਧੂ ਦੀ ਮੌਤ ਹੋ ਗਈ ਸੀ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਐਸਜੀਪੀਸੀ ਦੀ। ਐਸਜੀਪੀਸੀ ਦਾ ਜਨਰਲ ਹਾਊਸ ਤੇ ਜਨਰਲ ਹਾਊਸ ਦੇ ਵਿੱਚ ਮੁੱਦਾ ਉੱਠਿਆ ਹਰਿਆਣਾ ਦੀ ਵੱਖਰੀ ਕਮੇਟੀ ਦਾ। ਸਿੱਖ ਮਸਲਿਆਂ ਦੇ ਉੱਤੇ 6 ਮੈਂਬਰੀ ਸਬ ਕਮੇਟੀ ਦਾ ਗਠਨ ਐਸਜੀਪੀਸੀ ਦੇ ਹਾਊਸ ਦੇ ਵਿੱਚ ਕਰ ਦਿੱਤਾ ਗਿਆ ਤੇ ਕਮੇਟੀ ਦੇ ਵਿੱਚ ਗਰੇਵਾਲ, ਬਲਵਿੰਦਰ ਸਿੰਘ ਭੁੰਦੜ, ਦਲਜੀਤ ਸਿੰਘ ਚੀਮਾ ਸਣੇ 6 ਮੈਂਬਰ ਨੇ। ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਚਿੱਠੀ ਲਿਖੀ ਜਾਵੇਗੀ ਤੇ ਇਹ ਵੀ ਕਿਹਾ ਕਿ ਸਾਡੇ ਨਾਲ ਧੱਕਾ ਹੋਇਆ, ਠੀਕ ਕੀਤਾ ਜਾਵੇ। ਜੇਕਰ ਨਾ ਨਿਕਲਿਆ ਕੋਈ ਹੱਲ ਤਾਂ ਫਿਰ ਵਿਸ਼ਵ ਪੱਧਰੀ ਇਕੱਠ ਕੀਤਾ ਜਾਵੇਗਾ। ਐਸਜੀਪੀਸੀ ਨੇ ਕੇਂਦਰ ਸਰਕਾਰ ਦੇ ਉੱਤੇ ਵੀ ਵੱਡਾ ਇਲਜ਼ਾਮ ਲਗਾਇਆ ਕਿ ਧਾਰਮਿਕ ਮੁੱਦਿਆਂ ਦੇ ਵਿੱਚ ਕੇਂਦਰ ਦੀ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ। ਹਿੰਦੂ ਰਾਸ਼ਟਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ, ਘੱਟ ਗਿਣਤੀਆਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੜੇ ਗੰਭੀਰ ਇਲਜ਼ਾਮ ਇੱਕ ਤਰੀਕੇ ਨਾਲ ਕੇਂਦਰ ਦੀ ਸਰਕਾਰ ਦੇ ਉੱਤੇ ਐਸਜੀਪੀਸੀ ਦੇ ਵੱਲੋਂ ਲਗਾ ਦਿੱਤੇ ਗਏ ਨੇ। ਕਾਬਿਲੇ ਗੌਰ ਹੈ ਕਿ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ। ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਿਆ, 2013 ਚ ਬਣ ਗਈ ਸੀ। ਸੁਪਰੀਮ ਕੋਰਟ ਤੱਕ ਪੂਰਾ ਮਾਮਲਾ ਪਹੁੰਚਿਆ। ਸੁਪਰੀਮ ਕੋਰਟ ਤੋਂ ਵੀ ਉਸ ਕਮੇਟੀ ਦੀ ਹੋਂਦ ਨੂੰ ਬਰਕਰਾਰ ਰੱਖਣ ਦੇ ਆਦੇਸ਼ ਦਿੱਤੇ ਗਏ ਤੇ ਉੱਥੇ ਹੁਣ ਹਾਲ ਹੀ ਦੇ ਵਿੱਚ ਐਡਹੌਕ ਕਮੇਟੀ ਇੱਕ 18 ਮੈਂਬਰੀ ਬਣਾਈ ਗਈ ਹੈ, ਉਸ ਨੂੰ ਲੈ ਕੇ ਵੀ ਐਸਜੀਪੀਸੀ ਨੇ ਇਤਰਾਜ਼ ਜਤਾਇਆ। ਤਾਂ ਜੋ ਕੁਝ ਘਟਨਾਕ੍ਰਮ ਹਰਿਆਣਾ ਦੇ ਵਿੱਚ ਹੋਇਆ, ਹਾਲਾਂਕਿ ਉੱਥੇ ਤਣਾਅਪੂਰਨ ਮਾਹੌਲ ਵੀ ਹੋ ਗਿਆ ਸੀ ਜਦੋਂ ਕੁਰੂਕਸ਼ੇਤਰ ਦੇ ਵਿੱਚ ਗੁਰੂ ਘਰ ਪਹੁੰਚ ਗਏ ਸਨ ਹਰਿਆਣਾ ਕਮੇਟੀ ਦੇ ਨੁਮਾਇੰਦੇ। ਉੱਥੇ
ਜਿਹੜਾ ਪ੍ਰਬੰਧ ਸੰਭਾਲਣ ਦੇ ਲਈ ਤਾਂ ਉੱਥੇ ਹਾਲਾਤ ਤਣਾਅਪੂਰਨ ਹੋ ਗਏ ਸੀ। ਖੈਰ ਇਹ ਮੁੱਦਾ ਅਕਾਲੀ ਦਲ ਤੇ ਐਸਜੀਪੀਸੀ ਬੜਾ ਜ਼ੋਰ ਸ਼ੋਰ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਚੁੱਕਦਾ ਆ ਰਿਹਾ ਤੇ ਇਸ ਨੂੰ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਦੇ ਵਜੋਂ ਦੇਖਿਆ ਜਾ ਰਿਹਾ ਐਸਜੀਪੀਸੀ ਦੇ ਵੱਲੋਂ, ਤੇ ਹੁਣ ਇਸ ਪੂਰੇ ਮਾਮਲੇ ਦੇ ਉੱਤੇ ਇੱਕ ਕਮੇਟੀ ਦਾ ਗਠਨ ਐਸਜੀਪੀਸੀ ਨੇ ਕਰ ਦਿੱਤਾ। ਇਹ 6 ਮੈਂਬਰ ਜਿਹੜੇ ਆ ਇਹ ਸਮੁੱਚੇ ਪਾਰਲੀਮੈਂਟ ਦੇ ਲੋਕ ਸਭਾ ਦੇ ਮੈਂਬਰ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਤੁਰੰਤ ਚਿੱਠੀਆਂ ਲਿਖਣਗੇ ਸਾਰਿਆਂ ਮੈਂਬਰਾਂ ਨੂੰ। ਉਸ ਤੋਂ ਇਲਾਵਾ ਇਹ ਕਮੇਟੀ ਚਾਹੇ ਸਿੱਕਮ 'ਚ ਜਾਵੇ, ਇਹ ਕਮੇਟੀ ਚਾਹੇ ਮਦਰਾਸ ਜਾਵੇ, ਇਹ ਕਮੇਟੀ ਚਾਹੇ ਵੈਸਟ ਬੰਗਾਲ 'ਚ ਜਾਵੇ, ਚਾਹੇ ਬਿਹਾਰ ਪਟਨੇ 'ਚ ਜਾਵੇ, ਇਹ ਕਮੇਟੀ ਉਹਨਾਂ ਵੱਡੀਆਂ ਧਿਰਾਂ ਦੇ ਨਾਲ ਜਾ ਕੇ ਵਿਵਸਥਾ ਉਹਨਾਂ ਨੂੰ ਅਪਰਾਈਜ਼ ਵੀ ਕਰਾਊਗੀ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਪਰੀਮ ਕੋਰਟ ਦਾ ਫੈਸਲਾ ਭਾਵੇਂ ਆ ਚੁੱਕਾ ਪਰ ਸਾਡੀ ਅਸਲ ਇਹ ਕਹਾਣੀ ਕੀ ਆ। ਔਰ ਇਹਨਾਂ ਨੂੰ ਇਹ ਵੀ ਬੇਨਤੀ ਕਰਾਂਗੇ ਵੀ ਮੌਜੂਦਾ ਸਰਕਾਰ ਨੂੰ ਵੀ ਮਿਲਣ ਦਾ ਯਤਨ ਕਰਨ, ਉਹਨਾਂ ਦੇ ਵੀ ਤੱਕ ਇਹ ਆਵਾਜ਼ ਬੁਲੰਦ ਕਰਨ ਤਾਂ ਕਿ ਜਿਹੜਾ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿਆਦਤੀ ਹੋਈ ਆ ਇਹ ਜਿਹੜੀ ਤੁਰੰਤ ਇਹਨੂੰ ਜਿਹੜਾ ਆ ਉਹ ਠੀਕ ਕੀਤਾ ਜਾਵੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਵਿਧਾਨ ਸਭਾ ਦੇ ਬਜਟ ਇਜਲਾਸ ਦੀ। ਗਵਰਨਰ ਦੇ ਭਾਸ਼ਣ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ ਹੋ ਗਿਆ। ਸਰਕਾਰ ਦੇ ਪ੍ਰਸਤਾਵਿਤ ਕੰਮਾਂ ਦੀ ਜਾਣਕਾਰੀ ਦਿੱਤੀ। ਗਵਰਨਰ ਨੇ ਆਪਣੇ ਭਾਸ਼ਣ ਦੇ ਵਿੱਚ ਮੁਹੱਲਾ ਕਲੀਨਿਕਸ ਦੀ ਤਾਰੀਫ ਕੀਤੀ, ਨਾਲ ਹੀ ਕਿਹਾ ਕਿ ਮੇਰੀ ਸਰਕਾਰ ਪੰਜਾਬ ਨੂੰ ਕਰਪਸ਼ਨ ਫ੍ਰੀ ਬਣਾਉਣ ਅਤੇ ਗੰਭੀਰਤਾ ਦੇ ਨਾਲ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਸੂਬੇ ਦਾ ਵਿਕਾਸ ਕਰਕੇ ਇਸ ਨੂੰ ਰੰਗਲਾ ਪੰਜਾਬ ਬਣਾਏਗੀ। My government has started Aam Aadmi Clinic across the state. Total 504 Aam Aadmi clinics have been operational in urban and rural areas of the state. ਗਵਰਨਰ ਨੇ ਸਦਨ ਦੇ ਵਿੱਚ ਦੱਸਿਆ ਕਿ ਸਰਕਾਰ 31 ਜੁਲਾਈ ਤੱਕ ਹਲਵਾੜਾ ਅਤੇ ਆਦਮਪੁਰ 에ਅਰਪੋਰਟ ਸਿਵਲ ਟਰਮੀਨਲ ਦਾ ਕੰਮ ਪੂਰਾ ਕਰਕੇ ਇਸ ਨੂੰ ਆਪਰੇਸ਼ਨਲ ਕਰ ਦੇਵੇਗੀ। My government is set to complete the construction of civil terminals and operationalize the Halwara and Adampur airport domestic passengers by July 31st. ਗਵਰਨਰ ਨੇ ਜੈ ਹਿੰਦ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਆਪਣਾ ਭਾਸ਼ਣ ਪੂਰਾ ਕੀਤਾ। Jai Hind, Vaheguru Ji Ka Khalsa, Vaheguru Ji Ki Fateh। ਤਾਂ ਦਿਲਚਸਪ ਤਾਂ ਇਹ ਵੀ ਸੀ ਕਿ ਇਸ ਵਿਵਾਦ ਦੇ ਵਿਚਾਲੇ ਜੋ ਪ੍ਰਿੰਸੀਪਲਸ ਦੀ ਜੋ ਚੋਣ ਹੋਈ ਹੈ ਵਿਦੇਸ਼ ਭੇਜਣ ਦੇ ਲਈ, ਉਸ ਨੂੰ ਲੈ ਕੇ ਜੋ ਪੂਰਾ ਵਿਵਾਦ ਖੜਾ ਹੋ ਰੱਖਿਆ ਸੀ, ਇਸ ਸਭ ਦੇ ਵਿਚਾਲੇ ਭਾਸ਼ਣ ਦੇ ਵਿੱਚ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਅਜਿਹਾ ਕੁਝ ਹੋਵੇ, ਪਰ ਭਾਸ਼ਣ ਤਾਂ ਗਵਰਨਰ ਦੇ ਵੱਲੋਂ ਬਿਲਕੁਲ ਇਹ ਕਿਹਾ ਗਿਆ ਕਿ ਸਦਨ ਤੋਂ ਬਾਹਰ ਦਾ ਮੁੱਦਾ ਹੈ, ਜਿਹੜੇ ਬਾਕੀ ਵਿਵਾਦ ਨੇ। ਖੈਰ ਗਵਰਨਰ ਦੇ ਭਾਸ਼ਣ ਦੇ ਵਿਚਾਲੇ ਹੀ ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਵੀ ਕਰ ਦਿੱਤਾ, ਹੰਗਾਮਾ ਹੋਇਆ। ਗਵਰਨਰ ਨੇ ਭਾਸ਼ਣ ਦੇ ਦੌਰਾਨ ਜਿਵੇਂ ਹੀ ਕਿਹਾ ਕਿ ਉਮੀਦ ਕਰਦੇ ਨੇ ਕਿ ਸਰਕਾਰ ਤੋਂ ਜੋ ਵੀ ਜਾਣਕਾਰੀ ਮੰਗਣਗੇ ਉਹਨਾਂ ਨੂੰ ਮਿਲੇਗੀ, ਇੰਨੇ ਵਿੱਚ ਹੀ ਸਦਨ 'ਚ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਨੇ ਗਵਰਨਰ ਨੂੰ ਪੁੱਛਿਆ ਕਿ ਸਿੰਗਾਪੁਰ ਟ੍ਰੇਨਿੰਗ ਦੇ ਉੱਤੇ ਗਏ ਪ੍ਰਿੰਸੀਪਲ ਦੀ ਕੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਗਈ ਹੈ। Suno, they have insisted that I must use the word my government. So I am confident that after that, whatever information I am asking, they will submit to me. Please. ਗਵਰਨਰ BL ਪੁਰੋਹਿਤ ਨੇ ਭਾਸ਼ਣ ਦੇ ਦੌਰਾਨ ਹੰਗਾਮਾ ਕਰ ਰਹੀ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਕਿਹਾ ਕਿ ਉਹਨਾਂ ਦੇ ਕੋਲ ਸਵਾਲ ਅਤੇ ਗੱਲਬਾਤ ਦਾ ਖੁੱਲ੍ਹਾ ਸਮਾਂ ਹੈ, ਇਸ ਕਾਰਨ ਪਹਿਲਾਂ ਉਹਨਾਂ ਨੂੰ ਆਪਣਾ ਭਾਸ਼ਣ ਪੂਰਾ ਕਰ ਲੈਣ ਦਿੱਤਾ ਜਾਵੇ, ਪਰ ਕਾਂਗਰਸੀ ਵਿਧਾਇਕ ਹੰਗਾਮਾ ਕਰਦੇ ਹੋਏ ਸਦਨ ਤੋਂ ਵਾਕਆਊਟ ਕਰ ਗਏ। ਪਹਿਲੀ ਵਾਰ ਇਤਿਹਾਸ 'ਚ ਹੋਇਆ ਕਿ ਆਨਰੇਬਲ ਗਵਰਨਰ ਨੇ ਐਕਸੈਪਟ ਕੀਤਾ ਕਿ ਮੈਂ ਇਹਨੂੰ ਆਪਣੀ ਸਰਕਾਰ ਨਹੀਂ ਮੰਨਦਾ ਔਨ ਦੀ ਫਲੋਰ ਆਫ ਦੀ ਹਾਊਸ। ਤਾਂ ਜਦੋਂ ਉਹਨਾਂ ਨੇ ਆਪਣੀ ਸਰਕਾਰ ਹੀ ਨਹੀਂ ਮੰਨਦੇ, ਇਹ ਐਡਰੈਸ ਉਹਦਾ ਮਤਲਬ ਧੱਕੇ ਨਾਲ ਗਵਰਨਰ ਸਾਹਿਬ ਕੋ ਪੜਾਇਆ ਜਾਂਦਾ। ਦੇयर इज अ लॉट ऑफ कॉन्ट्रडिक्शन। ਪਹਿਲੇ ਦਿਨ ਦੇ ਹੰਗਾਮੇਦਾਰ ਆਗਾਜ਼ ਦੇ ਨਾਲ ਹੀ ਵਿਧਾਨ ਸਭਾ ਦਾ ਸਦਨ ਸੋਮਵਾਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ। ਖੈਰ ਹੰਗਾਮਾ ਤਾਂ ਖੂਬ ਹੁੰਦਾ ਹੋਇਆ ਨਜ਼ਰ ਆਇਆ, ਤਾਂ ਸੋਮਵਾਰ ਦੇ ਤੱਕ ਦੇ ਲਈ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਤੇ ਜਿਸ ਤਰੀਕੇ ਪਹਿਲੇ ਦਿਨ ਵਿਰੋਧੀ ਧਿਰ ਕਾਂਗਰਸ ਦਾ ਪੂਰਾ ਰੌ ਰਿਹਾ ਹੈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਸੋਮਵਾਰ ਔਨਵਰਡਸ ਹੰਗਾਮਾ ਸਦਨ ਦੇ ਅੰਦਰ ਵੇਖਣ ਨੂੰ ਮਿਲ ਸਕਦਾ ਹੈ। ਹੁਣ ਗੱਲ ਟੀਚਰਾਂ ਦੀ। ਸਿੰਗਾਪੁਰ ਦੇ ਵਿੱਚ ਟ੍ਰੇਨਿੰਗ ਦੇ ਲਈ ਜਾਣ ਵਾਲੇ 30 ਪ੍ਰਿੰਸੀਪਲਸ ਦਾ ਦੂਜਾ ਬੈਚ ਚੰਡੀਗੜ੍ਹ ਤੋਂ ਰਵਾਨਾ ਹੋਇਆ। ਦੀ ਬੈਚ ਨੂੰ ਰਵਾਨਾ ਕਰਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ, ਜਿਨ੍ਹਾਂ ਸਿੰਗਾਪੁਰ ਜਾਣ ਦੇ ਲਈ ਚੁਣੇ ਗਏ ਪ੍ਰਿੰਸੀਪਲਸ ਨੂੰ ਵਧਾਈ ਦਿੱਤੀ। ਰਵਾਨਾ ਹੋਣ ਤੋਂ ਪਹਿਲਾਂ CM ਤੇ ਪ੍ਰਿੰਸੀਪਲਸ ਦੇ ਵਿਚਾਲੇ ਮੀਟਿੰਗ ਵੀ ਹੋਈ। 30 ਪ੍ਰਿੰਸੀਪਲ ਦਾ ਦੂਜਾ ਬੈਚ ਅੱਜ ਸਿੰਗਾਪੁਰ ਲਈ ਰਵਾਨਾ ਹੋਇਆ। ਨੈਸ਼ਨਲ ਅਕੈਡਮੀ ਸਿੰਗਾਪੁਰ ਦੇ ਵਿੱਚ ਇਹਨਾਂ ਨੇ 4 ਮਾਰਚ ਤੋਂ ਲੈ ਕੇ 11 ਮਾਰਚ ਤੱਕ
ट्रेनिंग सैशन 11 मार्च ਨੂੰ ਵਾਪਸ ਆ ਜਾਵਾਂਗੇ। ਇਸ ਦੌਰਾਨ ਸੀਐਮ ਮਾਨ ਨੇ ਸਿੱਧੇ ਤੌਰ ਦੇ ਉੱਤੇ ਰਾਜਪਾਲ ਦੀ ਚਿੱਠੀ ਦੇ ਵਿੱਚ ਪ੍ਰਿੰਸੀਪਲ ਦੀ ਚੋਣ ਪ੍ਰਕਿਰਿਆ ਤੇ ਚੁੱਕੇ ਸਵਾਲਾਂ ਦਾ ਜਵਾਬ ਵੀ ਦਿੱਤਾ ਤੇ ਦਾਅਵਾ ਕੀਤਾ ਕਿ ਪ੍ਰਿੰਸੀਪਲ ਦੀ ਚੋਣ 5 ਮੈਂਬਰੀ ਕਮੇਟੀ ਬਿਨਾਂ ਕਿਸੇ ਰਿਸ਼ਵਤ ਅਤੇ ਸਿਫਾਰਿਸ਼ ਤੋਂ ਕਰਦੀ ਹੈ। ਚੁਣਨ ਦਾ ਕ੍ਰਾਈਟੇਰੀਆ ਬਹੁਤ ਪਾਰਦਰਸ਼ੀ ਹੈ। ਇੱਕ 5 ਮੈਂਬਰੀ ਕਮੇਟੀ ਹੈ। ਟੀਚਰ ਦਾ ਪੜ੍ਹਾਉਣ ਦਾ ਐਕਸਪੀਰੀਅੰਸ, ਉਹਦਾ ਆਪਣਾ ਪੜ੍ਹਨ ਦਾ ਐਕਸਪੀਰੀਅੰਸ, ਰੈਜ਼ੂਮੇ ਦੇਖ ਕੇ ਉਸ ਤੋਂ ਬਾਅਦ ਕਮੇਟੀ ਬਹਿੰਦੀ ਹੈ। ਕਮੇਟੀ ਫਿਰ ਡਿਸਾਈਡ ਕਰਦੀ ਹੈ। ਪ੍ਰਿੰਸੀਪਲਸ ਨੂੰ ਟ੍ਰੇਨਿੰਗ ਭੇਜਣ ਤੇ ਵਿਵਾਦ ਪਹਿਲਾਂ ਤੋਂ ਹੀ ਜਾਰੀ ਹੈ। ਰਾਜਪਾਲ ਨੇ ਪ੍ਰਿੰਸੀਪਲਾਂ ਦੀ ਚੋਣ ਪ੍ਰਕਿਰਿਆ ਤੇ ਸਵਾਲ ਚੁੱਕੇ ਸਨ, ਪਰ ਇਸ ਸਭ ਦੇ ਵਿਚਾਲੇ ਦੂਜਾ ਬੈਚ ਰਵਾਨਾ ਹੋ ਗਿਆ ਤੇ ਸੀਐਮ ਨੇ ਗੱਲਾਂ-ਗੱਲਾਂ 'ਚ ਰਾਜਪਾਲ ਨੂੰ ਜਵਾਬ ਵੀ ਦੇ ਦਿੱਤਾ। ਤਾਂ ਵਿਵਾਦ ਸ਼ੁਰੂ ਤਾਂ ਇੱਥੋਂ ਹੀ ਹੋਇਆ ਸੀ ਕਿ ਜਾਣਕਾਰੀ ਨਹੀਂ ਦਿੱਤੀ ਗਈ ਰਾਜਪਾਲ ਨੂੰ ਕਿ ਕਿਸ ਤਰੀਕੇ ਦੇ ਨਾਲ ਪ੍ਰਿੰਸੀਪਲਸ ਦੀ ਚੋਣ ਹੋਈ ਹੈ ਜੋ ਵਿਦੇਸ਼ ਦੇ ਵਿੱਚ ਗਏ। ਪਹਿਲੇ ਬੈਚ ਸੀ ਉਹ, ਹੁਣ ਦੂਜਾ ਬੈਚ ਹੈ। ਖੈਰ ਮੀਡੀਆ ਦੇ ਜ਼ਰੀਏ ਇੱਕ ਤਰੀਕੇ ਨਾਲ ਮੁੱਖ ਮੰਤਰੀ ਨੇ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਵੀ ਕਰ ਦਿੱਤੀ ਕਿ ਇਹ ਜਿਹੜੇ ਪ੍ਰਿੰਸੀਪਲਸ ਚੁਣੇ ਗਏ ਨੇ ਤੇ ਇਹਨਾਂ ਦੀ ਚੋਣ ਹੋਈ ਕਿਵੇਂ ਹੈ। ਖੈਰ ਜਦੋਂ ਇਨਫੋਰਮੇਸ਼ਨ ਨੂੰ ਲੈ ਕੇ ਵਿਵਾਦ ਹੋਵੇ ਤੇ ਇਸ ਵਿਚਾਲੇ ਮੀਡੀਆ ਦੇ ਜ਼ਰੀਏ ਜਵਾਬ ਦਿੱਤਾ ਵੀ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਮੋਹਾਲੀ ਦੇ ਨਇਆ ਗਾਉਂ ਦੇ ਵਿੱਚ ਸਿਹਤ ਵਿਭਾਗ ਨੇ ਇੱਕ ਝੋਲਾ ਛਾਪ ਡਾਕਟਰ ਨੂੰ ਕਾਬੂ ਕੀਤਾ ਹੈ, ਜਿਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ। ਤੇ ਬੋਰਡ ਤੇ ਲਿਖਿਆ ਡਾਕਟਰ ਰਾਹੁਲ ਚੌਧਰੀ MBBS ਐਕਸ ਫੋਰਟਿਸ ਹਸਪਤਾਲ। ਡਿਗਰੀਆਂ ਤੇ ਅਹੁਦੇ ਕਾਫੀ ਵੱਡੇ ਨੇ, ਪਰ ਇਹ ਸਿਰਫ ਬੋਰਡ ਤੱਕ ਹੀ ਸੀਮਿਤ ਨੇ, ਕਿਉਂਕਿ ਇਹ ਝੋਲਾ ਛਾਪ ਡਾਕਟਰ ਨਾ ਤਾਂ ਕਦੇ MBBS ਦੀ ਕਲਾਸ ਦੇ ਵਿੱਚ ਬੈਠਿਆ ਹੈ ਤੇ ਨਾ ਹੀ ਫੋਰਟਿਸ ਨੇ ਕਦੇ ਇਸ ਨੂੰ ਮਰੀਜ਼ ਦੇ ਇਲਾਜ ਦੇ ਲਈ ਸੱਦਿਆ ਹੋਵੇਗਾ, ਕਿਉਂਕਿ ਸਾਹਿਬ ਦੇ ਕੋਲ ਕੋਈ ਡਿਗਰੀ ਤਾਂ ਹੈ ਨਹੀਂ। ਹਾਂ, ਜਦੋਂ ਸਿਹਤ ਵਿਭਾਗ ਦੀ ਟੀਮ ਨੇ ਇਸ ਮੁੰਨਾ ਬਾਈ ਨੂੰ ਕਾਬੂ ਕੀਤਾ ਤਾਂ ਇਸ ਦੇ ਕੋਲੋਂ 750 ਗੋਲੀਆਂ ਨਸ਼ੇ ਦੀਆਂ ਜ਼ਰੂਰ ਨਿਕਲ ਆਈਆਂ। ਹਾਲ ਫਿਲਹਾਲ ਸਾਰਾ ਕੁਝ ਇਹੀ ਹੈ ਕਿ ਫਰਜ਼ੀ ਹੈ, ਇਹਨੇ ਕੁਝ ਵੀ ਪੜ੍ਹਾਈ ਨਹੀਂ ਕੀਤੀ ਹੈਗੀ ਐਮਏ ਦੀ, ਨਾ ਹੀ ਕੋਈ MBBS ਹੈ, ਨਾ ਹੀ ਇਹਨੇ ਕਿਤੇ ਡਾਕਟਰੀ ਦੀ ਕੋਈ। ਅਸੀਂ ਅੱਗੇ ਇਹ ਦੇਖਣਾ ਵੀ ਇਹਦੇ ਨਾਲ ਕੋਈ ਪਿੱਛੇ ਕੋਈ ਬੰਦਾ ਇਹਦੀ ਸਪੋਰਟ ਕਰ ਰਿਹਾ ਹੋਵੇ, ਕੋਈ ਬੈਕਗ੍ਰਾਉਂਡ ਤੋਂ ਕੋਈ ਸਪੋਰਟ ਕਰ ਰਿਹਾ ਹੋਵੇ, ਜਾਂ ਜਿਹੜੇ ਇਹਨੂੰ ਨਸ਼ੀਲੀਆਂ ਦਵਾਈਆਂ ਦੇ ਰਹੇ ਸੀ ਕਿੱਥੋਂ ਲੈ ਕੇ ਆ ਰਿਹਾ ਸੀ, ਅਸੀਂ ਉਹਨਾਂ ਨੂੰ ਡੈਫੀਨਿਟਲੀ ਚੈੱਕ ਆਊਟ ਕਰਾਂਗੇ। ਜਾਣਕਾਰੀ ਮੁਤਾਬਕ ਰਾਜਸਥਾਨ ਦਾ ਰਹਿਣ ਵਾਲਾ ਇਹ ਫੇਕ ਡਾਕਟਰ ਰਾਹੁਲ ਚੌਧਰੀ 1 ਸਾਲ ਤੋਂ ਆਪਣੀ ਦੁਕਾਨ ਚਲਾ ਰਿਹਾ ਸੀ, ਜਿਸ ਦੇ ਖਿਲਾਫ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਸੀ ਤੇ ਜਦੋਂ ਕਲੀਨਿਕ ਪਹੁੰਚੀ ਟੀਮ ਨੇ ਉਸ ਤੋਂ ਡਾਕਟਰੀ ਦਾ ਲਾਇਸੈਂਸ ਤੇ ਹੋਰ ਕਾਗਜ਼ਾਤ ਮੰਗੇ ਤਾਂ ਫੇਕ ਡਾਕਟਰ ਫੇਕ ਬਹਾਨੇ ਬਣਾਉਂਦਾ ਰਿਹਾ, ਜਿਸ ਨੂੰ ਪੁਲਿਸ ਨੇ ਹੁਣ ਕਾਬੂ ਕਰ ਲਿਆ। ਖੈਰ ਆਮ ਤੌਰ ਤੇ ਜਦੋਂ ਆਪਾਂ ਕਿਸੇ ਡਾਕਟਰ ਦੇ ਕੋਲ ਜਾਂਦੇ ਹਾਂ ਤਾਂ ਉਸਦੇ ਬੋਰਡ ਦੇ ਉੱਤੇ ਜੇ PGI ਜਾਂ ਕਿਸੇ ਹੋਰ ਵੱਡੇ ਅਦਾਰੇ ਔਰ ਹਸਪੀਟਲ ਦਾ ਨਾਮ ਲਿਖਿਆ ਹੋਵੇ ਕਿ ਉੱਥੇ ਇਹ ਸ਼ਖਸ ਕੰਮ ਕਰ ਚੁੱਕਿਆ ਹੈ ਤਾਂ ਬੜਾ ਪ੍ਰਭਾਵ ਜਾਂ ਲੋਕਾਂ ਦੇ ਉੱਤੇ ਪੈਂਦਾ ਹੈ ਕਿ ਹਾਂ ਇਹ ਡਾਕਟਰ ਚੰਗਾ ਹੋਏਗਾ, ਪਰ ਜ਼ਰੂਰੀ ਨਹੀਂ ਕਿ ਉਹ ਸੱਚ ਹੋਵੇ। ਖੈਰ ਜਦੋਂ ਕਿਸੇ ਡਾਕਟਰ ਦੇ ਕੋਲ ਜਾਓ ਤਾਂ ਲਿਖਿਆ ਹੋਵੇ ਉੱਥੇ ਕਿਸੇ ਵੱਡੇ ਅਦਾਰੇ ਦਾ ਨਾਮ ਤਾਂ ਘੋਖ ਜ਼ਰੂਰ ਕਰ ਲਓ ਕਿ ਜੇ ਫੋਰਟਿਸ ਮੈਕਸ ਜਾਂ PGI ਦੇ ਵਿੱਚ ਰਿਹਾ ਹੈ ਇਹ ਡਾਕਟਰ ਤਾਂ ਕਦੋਂ ਰਿਹਾ ਹੈ। ਖੈਰ ਜਦੋਂ ਡਾਕਟਰ ਵਰਗੇ ਪੇਸ਼ੇ ਦੇ ਵਿੱਚ ਵੀ ਲੋਕਾਂ ਨੂੰ ਠੱਗਣ ਦੇ ਲਈ ਇਸ ਤਰੀਕੇ ਦੇ ਹੱਥਕੰਡੇ ਅਪਣਾਉਣ ਫਿਰ ਫਰਕ ਤਾਂ ਪੈਂਦਾ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਅਨੰਦਪੁਰ ਸਾਹਿਬ ਤੋਂ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਨਗਾੜਿਆਂ ਦੀ ਚੋਟ ਅਤੇ ਜੈਕਾਰਿਆਂ ਦੀ ਗੂੰਜ ਦੇ ਨਾਲ 6 ਦਿਨੀ ਹੋਲੇ ਮਹੱਲੇ ਦਾ ਆਗਾਜ਼ ਹੋ ਗਿਆ ਤੇ SGPC ਪ੍ਰਧਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਣੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ। ਇਸ ਦੌਰਾਨ ਜਥੇਦਾਰ ਰਘੁਬੀਰ ਸਿੰਘ ਨੇ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਲੇ ਮਹੱਲੇ 'ਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਵੀ ਕੀਤੀ। ਉੱਥੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਹੀ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਕੇ, ਹਾਜ਼ਰੀਆਂ ਭਰ ਕੇ, ਦਰਸ਼ਨ ਉਦਾਰੇ ਕਰਕੇ, ਖਾਲਸਾ ਦੇ ਜਾਹੋ ਜਲਾਲ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ ਮਹੱਲੇ 'ਚ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਗੁਰੂ ਘਰ ਦੇ ਵਿੱਚ ਹੋਣ ਦੇ ਲਈ ਪਹੁੰਚੇਗੀ।